ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਨ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਗਨ ਕੇ ਨਾਸਕ ਬਿਗਨ ਕੇ ਨਾਸਕ ਗੁਰ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਮੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਏਕ ਓੰਕਾਰ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਚਉਪਈ ਤੁਰਕ ਹੁਤੇ ਸੇ ਸਭ ਦਫਨਾਏ। ਹਿੰਦੂ ਮਰੇ ਜੇ ਦਾਹ ਕਰਾਏ। ਰੋਮੈ ਬਹੁਰ ਪਰਿਉ ਬੜ ਰੌਰਾ। ਪੀਟਤ ਨਾਰ ਮਿਲੀ ਤਿਹ ਠੌਰਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਤੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਚੱਲ ਰਿਹਾ ਲੜੀਵਾਰ ਜੋ ਇਤਿਹਾਸ ਕਥਾ ਹੈ, ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਰਕ ਉਤੇ ਸੇ ਸਭ ਦਫਨਾਏ। ਹਿੰਦੂ ਮਰੇ ਜੇ ਦਾਹ ਕਰਾਏ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਰ ਦੀ ਕੈਦ ਵਿੱਚੋਂ ਸਾਰੇ ਉਹਨਾਂ ਪਠਾਣਾਂ ਜਿੰਨੇ ਹਿੰਦੂ ਬੀਬੀਆਂ ਸਨ, ਜਿੰਨੇ ਬਜ਼ੁਰਗ ਬੱਚੇ, ਸਭ ਨੂੰ ਛਡਾਇਆ। ਆਪੋ ਆਪਣੇ ਘਰਾਂ ਨੂੰ ਆਏ ਨੇ, ਨਗਰ ਨੂੰ ਦੇਖਿਆ ਹੈ ਔਰ ਨਗਰ ਵਿੱਚ ਬਿਲਕੁਲ ਕੇਵਲ ਤੇ ਕੇਵਲ ਉਜਾੜ ਸੀ, ਕਿਉਂਕਿ ਬਾਬਰ ਨੇ ਬਹੁਤਿਆਂ ਨੂੰ ਮਾਰ ਦਿੱਤਾ ਸੀ। ਜਿੰਨੇ ਬਚੇ ਉਹਨਾਂ ਸਭ ਨੂੰ ਫੜ ਕੇ ਕੈਦ ਵਿੱਚ, ਘਰਾਂ ਦੇ ਵਿੱਚ ਕੋਈ ਨਹੀਂ ਸੀ, ਗਲੀਆਂ ਦੇ ਵਿੱਚ ਕੋਈ ਨਹੀਂ ਸੀ। ਜਿਹੜੇ ਮਰੇ ਨੇ, ਜਿਵੇਂ ਦੀ ਕਿਸੇ ਨੂੰ ਪਛਾਣ ਹੋਈ ਉਹਨਾਂ ਦੀ ਪਛਾਣ ਕੀਤੀ। ਪਛਾਣ ਕਰਕੇ ਜਿਹੜੇ ਪਠਾਨ ਨੇ, ਤੁਰਕ ਨੇ, ਉਹਨਾਂ ਨੇ ਲਾਸ਼ਾਂ ਦਫਨਾ ਦਿੱਤੀਆਂ। ਜਿਹੜੇ ਹਿੰਦੂ ਨੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਹੈ। ਰੋਵੈ ਬਹੁਰ ਪਰਿਉ ਬੜ ਰੌਰਾ। ਪੀਟਤ ਨਾਰ ਮਿਲੇ ਤਹਿ ਠੌਰਾ। ਹੁਣ ਅਹਿਮਦਾਬਾਦ ਦੇ ਸੈਦਪੁਰ ਵਿੱਚ ਪੂਰੇ ਨਗਰ ਦੇ ਵਿੱਚ ਕੇਵਲ ਚੀਕ ਚੰਗਿਆੜਾ ਸੀ ਕਿ ਮਰਿਆ ਹੋਇਆ ਨੂੰ ਉੱਚੀ ਉੱਚੀ ਨਾਂ ਲੈ ਲੈ ਕੇ ਯਾਦ ਕਰ ਕਰਕੇ ਜਿਹੜੀਆਂ ਬੀਬੀਆਂ ਨੇ ਉਹ ਰੋਂਦੀਆਂ ਨੇ, ਪਿੱਟਦੀਆਂ ਨੇ, ਆਪਣੇ ਸਰੀਰ ਨੂੰ ਕੁੱਟਦੀਆਂ ਨੇ। ਹਾਏ ਹਾਏ ਉਹ ਕਰਈ ਮ੍ਰਿਤ ਭਏ ਗੁਣ ਤਨੇ ਉਚਰਈ। ਨਾਲੇ ਸਰੀਰ ਨੂੰ ਕੁੱਟਦੀਆਂ ਨੇ, ਪਿੱਟਦੀਆਂ ਨੇ, ਨਾਲੇ ਹਾਏ ਹਾਏ ਕਰਕੇ ਜਿਹੜੇ ਮਰ ਗਏ ਨੇ ਉਹਨਾਂ ਦਾ ਨਾਂ ਲੈ ਲੈ ਕੇ ਉਹਨਾਂ ਦੇ ਗੁਣਾਂ ਨੂੰ ਦੂਜਿਆਂ ਨੂੰ ਦੱਸਦੇ ਨੇ ਕਿ ਤੇਰੇ ਤੋਂ ਬਿਨਾਂ ਬੱਚੇ ਕੀ ਕਰਨਗੇ, ਅਸੀਂ ਕੀ ਕਰਾਂਗੇ। ਮਿਲ ਇੱਕ ਤਨ ਬਹੁ ਰੋਵੈ ਨਾਰੀ। ਬਾਰ ਉਖਾਰ ਦੇਹ ਤਰ ਡਾਰੀ। ਇੱਕ ਥਾਂ ਤੇ ਇਕੱਠੀਆਂ ਹੋ ਕੇ ਜਿਹੜੀਆਂ ਬੀਬੀਆਂ ਨੇ ਉਹ ਰੋਂਦੀਆਂ ਨੇ, ਕੋਈ ਵਾਲ ਪੁੱਟਦੀਆਂ ਨੇ, ਕੋਈ ਮੱਥੇ ਤੇ ਹੱਥ ਮਾਰਦੀ ਹੈ, ਕੋਈ ਆਪਣੇ ਪੱਟਾਂ ਤੇ ਹੱਥ ਮਾਰ ਰਹੀ ਹੈ। ਤਨ ਕੋ ਕਰੇ ਤਾੜ ਨਾ ਭਾਰੀ। ਉੱਚੀ ਬਾਹੇ ਕਰੇ ਪੁਕਾਰੀ।
ਤਨ ਕੋ ਕਰੇ ਤਾੜਨਾ ਭਾਰੀ, ਭਾਵ ਕਿ ਆਪਣੇ ਸਰੀਰ ਨੂੰ ਪਿੱਟਦੇ ਨੇ, ਬੜੇ ਜ਼ੋਰ ਜ਼ੋਰ ਦੀ ਕੁੱਟਦੀਆਂ ਨੇ, ਉੱਚੀਆਂ ਉੱਚੀਆਂ ਬਾਹਾਂ ਕਰਕੇ ਨਾਲੇ ਪਿੱਟਦੀਆਂ ਨੇ ਨਾਲੇ ਵਿਰਲਾਪ ਕਰਦੀਆਂ ਨੇ। ਬੜ ਰੌਰਾ ਸੁਣ ਕੇ ਤਿਹ ਥਾਨਾ, ਬਹੁ ਸ੍ਰੀ ਪ੍ਰਭ ਸ਼ਬਦ ਬਖਾਨਾ। ਇੰਨਾ ਵੱਡਾ ਰੌਲਾ ਸੁਣ ਕੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਕੁਝ ਲੋਕਾਂ ਨੂੰ ਫਿਰ ਹੌਸਲਾ ਦਿੰਦੇ ਨੇ ਕਿ ਭਾਈ ਜਿਹੜਾ ਪਾਣਾ ਵਾਪਰਨਾ ਸੀ ਵਾਪਰ ਗਿਆ, ਹੁਣ ਚੁੱਪ ਕਰੋ। ਔਰ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਤਾਰ ਛੇੜ, ਬਾਣੀ ਆਈ ਹੈ, ਕੁਝ ਫਿਰ ਸਮਝਾਈਏ। ਜੇਲ੍ਹ ਤੋਂ ਜਦੋਂ ਕੈਦ ਤੋਂ ਛਡਾਇਆ, ਗੁਰੂ ਸਾਹਿਬ ਨੇ ਉਦੋਂ ਸ਼ਬਦ ਉਚਾਰੇ, ਉੱਥੇ ਸਾਰਿਆਂ ਨੂੰ ਸਮਝਾਇਆ ਕਿ ਦੱਸੋ ਕਿੱਥੇ ਨੇ ਤੁਹਾਡੇ ਮਹਾਨ, ਕਿੱਥੇ ਨੇ ਹਾਥੀ, ਕਿੱਥੇ ਨੇ ਘੋੜੇ, ਕਿੱਥੇ ਗਏ ਤਬੇਲੇ। ਕਿ ਜਦੋਂ ਤੁਹਾਡੇ ਕੋਲ ਸਾਰਾ ਕੁਝ ਸੀ, ਉਦੋਂ ਤੁਸੀਂ ਰੱਬ ਨੂੰ ਭੁੱਲ ਗਏ, ਖੁਦਾ ਨੂੰ ਭੁੱਲ ਗਏ। ਹੁਣ ਗੁਰੂ ਸਾਹਿਬ ਨੇ ਤੇ ਫਿਰ ਕਿਰਪਾ ਕੀਤੀ, ਉਹਨੂੰ ਸਮਝਾਉਣ ਦੇ ਲਈ ਸ਼ਬਦ ਉਚਾਰਨ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਸਾ ਕਾਫੀ ਮਹਲਾ ਪਹਿਲਾ, ਘਰ ਅਠਵਾਂ ਅਸ਼ਟਪਦੀਆਂ। ਕਾਫੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਸ਼ਟਪਦੀਆਂ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ, ਸ਼ਬਦ ਦਾ ਗਾਇਨ ਕੀਤਾ ਤੇ ਫਿਰ ਇਹਦੇ ਅਰਥ ਕਰਕੇ ਸਮਝਾਏ। ਕੇਵਲ ਆਪਾਂ ਅਖਰੇ ਅਰਥ ਕਰਕੇ ਅੱਗੇ ਇਤਿਹਾਸ ਵਾਲੇ ਪਾਸੇ ਆਉਣਾ ਹੈ। ਜੈਸੇ ਗੋਇਲ ਗੋਇਲੇ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਦੇ ਘਰ ਬਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਜਿਵੇਂ ਗੋਇਲ ਹੁੰਦਾ ਹੈ, ਗਵਾਲਾ, ਗਾਵਾਂ ਨੂੰ ਚਾਰਨ ਵਾਲਾ, ਔਰ ਆਪ ਬਜ਼ੁਰਗ ਜਾਣ ਤੋਂ ਪਹਿਲਾਂ ਵੱਡੀਆਂ ਵੱਡੀਆਂ ਚਰਾਂਦਾਂ ਹੁੰਦੀਆਂ ਸਨ ਕਿ ਇੱਕ ਗਵਾਲੇ ਨੇ ਕਈ ਘਰਾਂ ਦੀਆਂ ਗਾਵਾਂ ਇਕੱਠੀਆਂ ਕਰਕੇ ਲੈ ਜਾਣੀਆਂ, ਸ਼ਾਮ ਤੱਕ ਚਰਾ ਕੇ ਲਿਆਉਣੀਆਂ। ਹੁਣ ਕਹਿੰਦੇ ਉਹ ਗਵਾਲਾ ਭਾਵੇਂ ਜਿੰਨੇ ਮਰਜ਼ੀ ਰਾਖੀ ਕਰੇ, ਜਿੰਨਾ ਮਰਜ਼ੀ ਉਹਨਾਂ ਨੂੰ ਹਰੇ ਤੋਂ ਹਰਾ ਘਾਹ ਚਰਾਵੇ, ਪਰ ਸ਼ਾਮ ਨੂੰ ਜਿਹੜਾ ਦੁੱਧ ਉਹਨੂੰ ਨਹੀਂ ਮਿਲਦਾ, ਕਿਉਂਕਿ ਉਹ ਤਾਂ ਕੇਵਲ ਰਾਖੀ ਵਾਸਤੇ ਆਇਆ ਹੈ, ਮਾਲਕ ਕੋਈ ਹੋਰ ਹੈ। ਕੂੜ ਕਮਾਵੇ ਆਦਮੀ ਬੰਦੇ ਘਰ ਬਾਰਾ। ਸਤਿਗੁਰੂ ਜੀ ਕਹਿੰਦੇ ਨੇ ਇਸ ਸੰਸਾਰ ਵਿੱਚ ਪਏ ਸੀ ਵੀ ਉਸ ਗਵਾਲੇ ਦੀ ਤਰ੍ਹਾਂ ਹੀ ਬੰਦਾ ਤਾਂ ਐਵੇਂ ਝੂਠ ਹੀ ਆਪਣੇ ਘਰ ਬਣਾਈ ਹੁੰਦਾ ਹੈ, ਵੱਡੇ ਵੱਡੇ ਬਣਾਈ ਹੁੰਦਾ ਹੈ, ਮੱਲਾ ਮਾਰੀ ਹੁੰਦਾ ਹੈ। ਇਹ ਰੱਬ ਨੇ ਪਰਮੇਸ਼ਰ ਨੇ ਜੋ ਕੁਝ ਦਿੱਤਾ ਤੈਨੂੰ ਖਾਣ ਪੀਣ ਵਾਸਤੇ, ਹੰਡਾਉਣ ਵਾਸਤੇ ਜ਼ਰੂਰ ਦਿੱਤਾ ਹੈ, ਇਹ ਨਾਲ ਲਿਜਾਣ ਵਾਸਤੇ ਨਹੀਂ, ਕਿਉਂਕਿ ਇਹਦਾ ਮਾਲਕ ਕੋਈ ਹੈ। ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ, ਇਹ ਰਹਾਉ ਦੀ ਪੰਕਤੀ ਹੈ। ਸਤਿਗੁਰੂ ਕਹਿੰਦੇ ਨੇ ਭਾਈ ਸੁੱਤੇ ਰਹੋਗੇ ਸਾਰੀ ਉਮਰ, ਜਾਗ ਜੋ ਹੁਣ ਤੇ ਜਾਗੋ। ਆ ਵਣਜਾਰਾ ਚੱਲਿਆ, ਜੇ ਕੋਈ ਵਣਜ ਕਰਨਾ ਚਾਹੁੰਦਾ ਤੇ ਕਰ ਲਏ। ਔਰ ਇੱਥੇ ਵਣਜਾਰਾ ਕੌਣ ਹੈ? ਦੇਖੋ ਕੋਈ ਵਪਾਰੀ ਆਇਆ ਹੋਵੇ ਤੇ ਇੱਕ ਵਪਾਰੀ ਦੂਸਰੇ ਨੂੰ ਆਵਾਜ਼ ਮਾਰ ਕੇ ਠਾਏ ਕਿ ਦੇਖ ਜੇ ਕੁਝ ਖਰੀਦਣਾ ਤੇ ਖਰੀਦ ਲੈ, ਕੁਝ ਵੇਚਣਾ ਤੇ ਵੇਚ ਲੈ। ਇਹ ਵਣਜਾਰਾ, ਇਹ ਵਪਾਰੀ ਚਲੇ ਚੱਲਿਆ ਹੈ। ਭਾਈ ਉੱਠ ਛੇਤੀ ਉੱਠ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਇੱਥੇ ਵਣਜਾਰਾ ਕੌਣ ਤੇ ਚੱਲਿਆ ਕੌਣ ਹੈ? ਕਿਉਂਕਿ ਸਿੱਧੇ ਸਿੱਧੇ ਸ਼ਬਦ ਜੇ ਅਰਥ ਪੜਾਂਗੇ ਕਿ ਲੱਗਦਾ ਧੰਨ ਗੁਰੂ ਨਾਨਕ ਸਾਹਿਬ ਜੀ ਵਣਜਾਰੇ ਨੇ। ਸਤਿਗੁਰੂ ਤੇ ਵਣਜਾਰੇ ਹੈ ਹੀ ਨਾਮ ਤੇ, ਪਰ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਕਿਉਂਕਿ ਸਾਨੂੰ ਸਮਝਾ ਰਹੇ ਨੇ ਭਈ ਇਹ ਜਿਹੜੇ ਸਰੀਰ ਦੇ ਵਿੱਚ ਵੀ ਇੱਕ ਵਣਜਾਰਾ ਹੈ, ਆਤਮਾ ਰੂਪੀ, ਇਹ ਨਿਕਲ ਚੱਲੇ ਜੀ। ਕੋਈ ਪਟਾ ਥੋੜ੍ਹੀ ਲਿਖਾ ਕੇ ਆਇਆ ਕਿ 100 ਸਾਲ ਜਾਣਾ ਕੋਈ ਨਹੀਂ। ਸਤਿਗੁਰੂ ਜੀ ਕਹਿੰਦੇ ਅਸੀਂ ਬੰਦੇ ਹਾਂ, ਆਦਮੀ ਹਾਂ, ਤੇ ਆਦਮੀ ਜ਼ਰਫ ਵਿਦਵਾਨਾਂ ਨੇ ਬੜੇ ਸੋਹਣੇ ਕੀਤੇ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਆਦਮੀ ਹੈ ਹੀ ਉਹ ਜਿਹਦੇ ਅੰਦਰ ਦਮ ਹੈ।
जे दम ही नहीं, श्वास ही नहीं, फिर आदमी कहता फिर तो मिट्टी है। वो सतगुरु के पावन वचन आप सब चेते, हम आदमी हाँ एक दमी, पर वो दम कदों अखेरला निकल जाना जानता कोई नहीं। धन गुरु नानक साहब जी के पावन वचन ने, हम आदमी हाँ एक दमी, मोहलत मुहत ना जान। इस करके पाई जागो, और सतगुरु जी कृपा करन जगा भी हो सकता जिहड़ा आप जागे होवे। मैनूं याद है कि 3 विद्यार्थी सन, संथਿਆ लेंदे सन दास तो, पिंड दे विच मैं ग्रंथी सा, और मुंडा हजे पढ़ भी रहा सी, किसी के घर अखंड पाठ साहब रखिया, क्योंकि पाठ जिहड़ा है तकरीबन रात के समय चलता है, कि जिंदे घर पाठ रखे वो सुते नहीं, लम्बे पै ने, पर जिवें जागो मीठी ने। और पाठी संग नूं हुंदा कि जे कोई सुनने वाला ही नहीं, फिर रौला जरूरी पाउणा है। हौली हौली मुँह विच पढ़ी जाओ, और बाणी दे पंक्ति आई, जागो जागो सुते हो, इन्नी उच्ची आवाज़ दे विच पढ़ी, जागो जागो सुते हो। अगों फिर अपने उस मस्त चाल हौली हौली पढ़न लग गए। और सवेरे भाई उलांभा लैके आ गया कि तुहाडा पाठी राती बोल पिया सी। मैं कहा भरावा बोलना तो चाहिए, जो बोल पिया तो माड़ा की होया? नहीं, कहता अखंड पाठ साहब करता बोल पिया, असीं सौ गए, सानूं आवाज़ मार के ठाया, जागो। और मैं क्या भाई कदे बाणी सुनी होवे तो समझ लगेगा। चलो वो भी मुंडा से जेड़े अगे बैठे, वो भी मुंडे कुंडी सन, कि भावें मजाक दे विच सही, चलो तुसीं इस तरह नहीं आवाज़ सुन के जाग जाओ, कि भाई बोलिया नहीं विचों, अपनी गल नहीं कीती, गल तो गुरु दी कीती जो बोलिया भी। ये तो शब्द है सतगुरु धन गुरु नानक साहब का, जागो जागो सुते हो। अच्छा जी, क्योंकि कदे पता ही नहीं कि गुरबाणी दे विच इवें दा शब्द भी लिखिया है। और सतगुरु जी कृपा करते हैं, भाई इस नींद तो जाग लो, क्योंकि ताई नहीं ना सुनी कदे। माया के मोह दे नींद विच सुत्या होया सारी उम्र लग गई, एक बारी भी दर्शन नहीं किए। सतगुरु जी कहते हैं, ये आत्मा वणजारा है, आया ते नाम का वणज करने वास्ते से निकल चलिया जे, कर लो वणज, उठो जागो। नेत नेत घर बांधिए जे रहना होई। सतगुरु जी कहते हैं, किड्डे सोहने सोहने घर तुसीं बनाए ने, पक्के संगमरमर ला के वड्डे वड्डे महल बनाए ने। सतगुरु जी कहते हैं, नित नित ही बनाने चाहिए ने, पर इन्हें पक्के पक्के तां बनाइए जिन्हां विच सदा ही रहना होवे। हुण इन्हें पक्के बनाउण तो मतलब ये नहीं कि गुरु साहब जी कहते घर सोहने बनाने ही नहीं चाहिए। धन गुरु नानक साहब जी के पावन वचन जो आप श्री राग च पढ़ते हैं, और श्री राग पहला राग है जितों रागन की लड़ी शुरू होती है। और गुरु साहब जी ने तो राग ही शुरू, शब्द जितों शुरू किया कि जे रब परमेश्वर तेनों 10 नाहों की किरत कमाई दे विचों बड़ा कुछ देवे तो तू सोहने तो सोहना, कीमती तो कीमती कर बना। बस इन्ना याद रखे कि घर वड्डा सोहना कीमती बना के उस देण वाले दाते को याद रख ली। उत्थे सतगुरु का पावन वचन है कि मोती ता मंदिर उसर है, रत्ने ता हो जड़ाओ कस्तूर कुंगू, अगर चंदन लेप आवे जाओ। ये सारा कुछ माड़ा नहीं, शुक्र कर दाते दा। पर सतगुरु कहते हैं, मत देख भूला विसरै, तेरा चेतन आवे ना। ये 4 पदियां दे शब्द है। 4 पदियां दे विच गुरु साहब ने ये शब्द 4 वारी ये पंक्ति वरती, और एक पंक्ति दे वारी 3-3 वारी वही शब्द वरते। कोई मत देख भूलै, भूला विसरै ते चेतन आवे। हुण अर्थ तो तिन्हां दे कोई है ना, भुल गया चेती नहीं होता, विसर ही गया। उस रब नूं ना भुली। सतगुरु जी कहते हैं, इवें दे घर नित नित बनने चाहिए ने, पर इन्हां विच सदा थोड़ी रहना है।
पिंड पवै जियो चलसी जे जाने कोई। सतगुरु जी कहते ने पिंड पवै जियो चलसी। पिंड शरीर ये तो ढह जाना एक दिन, शरीर रूपी मैल तो डिग जाना है। तो जे शरीर नहीं रहना तो फिर जिंद भी कितने रहनी है, जिंद भी चली जानी, निकल जानी है। पहलों जिंद निकलनी फिर शरीर निकलना है। पर इस गल कोई जाने तो सही, समझे तो सही। ओही ओही क्या करो है हुस्से सोई। हुण सतगुरु जी कहते हैं भाई रो रो के हाय हाय ते वो ना लैके पुकार दो, रो रहे हो किनू आवाज़ा मार दो। बस वो जो है सी वो आप ही रब सी, आप ही परमेश्वर सी। कहते तुसीं ते अज नाम ला लेके रो रहे हो कि वो चला गया, छड्ड के चला गया। पर सतगुरु धन गुरु नानक साहब जी कहते हैं कि ये गल तो समझाओ। तुम रोवोगे उसनू तुमको कौन रोई। अज तो मरिया होए नूं तुसीं नाम लै लैके रोवोगे, तुसीं तो उन्होंने रोवोगे, तुहानूं कौन रोएगा। ये तो रीत रब ने बनाई है, जिन्हें आया चले जाना है। और पिछले शब्दों च गुरु साहब ने समझाया सी कि जो मैं किया सो मैं पाया, दोष न दीजे अवरजना। ये तो कीती तो अपने कर्मां का फल मिल गया है। धंधा पिटो भाईओ तुम कूड़ कमावो। सतगुरु जी कहते ने भरावो असल विच रोना जान वाले करके घट है, दुख तो है, मोह तो पैंदा ही है। पर जान वाले नालों वध के रोना तुहाडा जिहड़ा है वो धंधे का है। धंधा पिटो भाईओ तुम कूड़ कमाओ, है तो कूड़ ही सब कुछ। और ये जदों वैण पाए हुए कदे सुने जाते हैं, आप बजुर्ग सारा कुछ जानते हो। ना लै लैके वैण पाउणे। और पहलों तो पिंडां दे विच रोण वाली भी स्पैशल बुलाई जाती सी कि जिन्हें वैण पाउणे ने। और याद है कि बच्चे इन्ने बच्चे भी नहीं जिहड़े जवान हो चुके, 15-15 18-18 साल के सी कि किसी की मां मर गई तो इवें तो वैण पाउण कि जिन्हों सुन के वो जवान पुत्र धी दुख तो सब तो ज़्यादा उन्होंने ना जिन्हों की मां मरी, वो एक पासे फिर हसते हैं तो नाले कहते करिए कि वैण ही इवें तो पा लें। गीत पूरी लै बनी हुई नहीं। सतगुरु जी कहते हैं ये धंधा असल में पिटना रोना पिटना जोड़े धंधे करके है कूड़ ही है, सब कुछ कूड़ ही। कहते ओह न सुने ही कत ही तुम लोग सुनावो। जोड़ा मर गया वो कदे सुनता है नहीं। ये जोड़ा बोल बोल के ना लै लैके रोना तो लोगों को सुनाना है। वो जोड़ा चला गया वो तो पता नहीं कितने गया, जिथे जाना सी चला गया। ओह न सुने ही कत ही तुम लोग सुनावो। जिस ते सुता नानका जागाए सोई। ते सतगुरु जी फिर तरस भी करते हैं कि भाई जिस परमात्मा के हुक्म करके मनुख इस माया की मोह की नींद में सुता हुआ है। क्योंकि सोना एक शरीर का है तो एक जड़ा बंदा तुरया फिरे सुता हुआ है, अज्ञानता के तुरया फिरता है। उस रब के हुक्म के सुता है, वो हुक्म करे किते समत दे ते अंदरों चेतनता आउंदी जाग पैंदा है। जे घर बूझे अपना ता नींद ना होई। और सतगुरु जी उन्हें सुत्या हुए जगाते हुए कहते हैं भाई जे को अपना घर बूझे समझ ले कि मेरा घर ये ईटा का घर नहीं, मेरा घर शरीर भी घर नहीं। अपने असल घर को समझ लोगे इस नींद तो वो जाग जाता है। सतगुरु धन गुरु हरराय साहब जी ने सिखा ने सवाल किया कि जो सतगुरु जी इस तरह की कथा करके सुना रहे हैं कि मन को सुचेत करो, इस मोह तो जागो। क्योंकि सिख कुछ सुचेत ने उन्होंने सवाल किया सतगुरु जी जे मन जाग जाए, क्योंकि शरीर का तो पता है कि हुण सौ गया तो हुण उठ गया, तो जे मन जाग जाए तो मन जागण की निशानी की है। उत्थे इतिहासक बोल ने
कवि संतोख सिंह जी ने लिखे ने कि मन जागे की यह निशानी, मिठी लागे प्रिय बानी। गुरु दे बाणी, प्यारे दे बाणी फिर मिठी लगन लग जाती है, जिन्हों कहा जाता कि रस नहीं आता, क्योंकि असीं रस केवल आवाज़ का लेना चाहुंदे कि आवाज़ जिवें होती है, आवाज़ विच रस नहीं, पर बाणी तो है रस नाल भरी। सतगुरु जी कहते हैं जदों मन जागे फिर बंदगी कर लग्या भी वो रस जिहड़ी गुरु की बाणी है वो मिठी लगदी ते रस आउंदा है। इस बिद शब्द उचार कै बैठ रहे गत दैन। धन गुरु नानक देव सच्चे पातशाह जी ये शब्द उच्चारण करके, गाइड करके, अर्थ करके उस थां ते बैठे रहे। जिसके करना पाए कै मनता मनते चैन। ते कवि संतोख सिंह जी कहते हैं जेडे गुरु साहिब की कृपा के नाल बेचैन हुए मन जेडे ने वो शांति में आके कुछ ना कुछ उन्होंने हौसला मिलिया। गुरु साहिब के चरणों च उन्होंने नमस्कार भी की। इत्थे कविराज ने अध्याय खत्म किया है। अगला अध्याय इत्थों शुरू करते फिर लिखते हैं। बैठे होते प्रभु गुण खानी, मरदाना तब बोलियो बानी। ये अगला अध्याय है जिंदा सबलेख कहने जिहड़े अध्याय का नाम है सौरे नगर फेरा। उत्थे अजिते रंधावे का गुरु साहब ने उद्धार किया, उपदेश दिता। सतगुरु धन गुरु नानक साहब जी एमनाबाद उस थां ते बैठे ने ते भाई मरदाने ने हाथ जोड़े कि सतगुरु जी एक गल समझ नहीं आई। आप पूरा पुर मह जब आए, संत संग बैठे ए थाए। कि सतगुरु जी जो आप जी इस नगर में एमनाबाद आए, अपने नाल बहुत सारे संत भी आए सन। उन्होंने संतां दे नाल आके इस थां ते आप जी बैठे सो। हित आहार के जाचन गवणे, फिरे पठानन के तब भवने। ते सतगुरु जी उदों तुसीं हुक्म किया सी उन्होंने संतां विचों दो संतां, उन्होंने संतां दे नाल मैं भी गया सा। ते हुक्म आप जी ने यह किया सी जाओ पठाणा के घरां चों कुछ तुहानूं भुख लगी होनी है, कोई प्रशादा मंग के लै। इन्हां पठाणा के घर विच तुसीं भेजिया सी, तुहाडे हुक्म करके असीं कईयां पठाणा के घरां च भेजे। देख शुदातुर किन्हू न दीनो, बहुरो मिलियो दुखत मत हीनो। ते कईयां घरां दे विच फिरन तो बाद भी किसी ने साडे वेले देखे नहीं कि भुखे होणगे। बहुता कुछ मंगते भी नहीं, प्रशादा ही तो मंग रहे हैं। पर इन्हां माड़ी मत वाले ने बिल्कुल सानू प्रशादा ते की देना सी, सगों धक्का मारे सी भाई मरदाने नूं। इनू उस करके इन्होंने दुख मिले है। भाई मरदाना जी पूछ रहे हैं, भाई अवग्या थोरण पासू, मिलो सरब पुर को दुख रासू। पर भाई मरदाना जी कहते हैं सतगुरु जी असीं सारे पठाणा के घरां च गए भी नहीं सी। कुछ दे घरां च गए, कईयां ने माड़ा बोलिया, किसी ने धक्का भी मार दिता। पर यह संतां महापुरुषों के सही, तुहाडे दासां के सही जिहड़ी बेइज्जती हुई जां धक्के मारे तो थोड़े लोगों को हुई, नरादर तो थोड़े लोगों ने किया। अस मंजस मैं लखमन माही, पूजन कीन आप के पाही। अवग्या थोड़िया ने की, पर सजा सारे नगर को मिल गई। बस मेरे मन दे विच एक शंका असमंजस है, दुविधा है कि जिन्हों ने अवग्या की या गलत बोले या धक्के मारे उन्होंने तो सज़ा मिल गई, पर जिहड़े नाल बेकसूर भी ने उन्होंने सज़ा क्यों मिल गई। सुन मरदाने नगर जिस संत अतिथ चल जाहे। सतगुरु जी कहते हैं भाई मरदाने अगर सुन कि जिहड़े नगर में उस परमेश्वर के बंदगी करने वाले भगत संत जन मेहमान बन के जान,
सेवा हुए ना ताहे के सपण पाप लगाहे। उस नगर विचों जो कोई भी सेवा ना करे, चलो नरादर भावें थोड़िया ने किया, सेवा तो किसी ने ना की, सेवा कोई ना करे नरादर बहुत कर जाए। तो सतगुरु जी कहते हैं ये गल समझ ले कि पाप सारे नगर को लगता है, बदनामी सारे नगर की होती है। जानो गृहस्थ धर्म शुभ एहू, आए अतिथ के सेव करेहू। हुणे धन गुरु नानक देव सच्चे पातशाह का उपदेश केवल भाई मर्दाने वास्ते नहीं, साढ़े सारे वास्ते है। फिर गृहस्थी धर्म है ही है, और इस धर्म को असीं जरूर कमाउण दा यतन करिए। फिर कोई भी अतिथि कोई भी मेहमान घर में आए, देखो बहुते ऐसे ने कि उन्होंने बुरे बोल बोल के दरवाजा बंद कर लेते हैं कि ये ठग ने जी, ये बहरूपीए ने, इन्होंने देंगे ना जाके पता नहीं नशा करना है, शराब पीनी की करना है। वो भावें किस तरह भी हो, घर में आए ने, मंगण आए ने, ना कुछ दईए पर घट्टो घट्ट उन्होंने जन पानी जरूर सिखा दिए। ना कुछ देन जो ये ना दईए पर उन्होंने नरादर ना करिए। सतगुरु जी कहते हैं गृहस्थी धर्म है ही है भाई, घर में आया हुए जे हो सके तो जल पानी की सेवा कर दो, नहीं कुछ हो देन जोगा तो जल तो छिकाई सकते ना, पर माड़ा ना बोलो। जथा शक्त यह आदर करे, दे आहार मृद बचन उचरहे। सतगुरु कहते हैं जथा शक्त सेवा भी करे, जथा शक्ति योगदान अनुसार जे कर सकता हो, जिस तरह की कर सकता हो करे, नहीं तो घट्टो घट्ट लंगर पानी तो आप छकते ही नहीं ना। वो लंगर पानी छकाते पर बोल मिठे बोले, माड़ा ना बोले। धर्महीन है खान दुष्ट मत, प्रभुता मृद मह भय अंधे अत। पर सतगुरु जी कहते हैं ये पठान जड़े ने धर्म तो हीणे हो गए, इन्होंने दुष्टां की मत मारे कि रब ने इन्ना कुछ दिता, पर वो रुपया पैसा इन्हों की मौत का कारण बन गया। इस प्रभुता के नशे में, जवानी के पैसे के नशे में इन्ने हो गए कि रब को सुखदा नहीं भुल गए। कहर उचित थे कहर परयो सिर, सदा खुदाए विसार रहे उर। सतगुरु जी कहते हैं इन्हों सजा मिलनी उचित ही सी, क्योंकि जिवें दी बदफैलियां करते सन, जिवें खुदा नूं भुला ही दिता सी, सजा तो इन्होंने मिलनी सी, वो बाबर करके मिल गई। मर्दाने के मन संदेहू, कुछ करो पर बोल न केहू। ये सुन के भाई मर्दाने के मन में एक शंका फिर भी रह गई कि सवाल तो यह किया सी कि कुछ लोग सन जिहड़े घोड़ियां ते दूजियां दे धीआं भैणां नूं तंग कर रहे सन, कुछ लोग सन जिन्हां संत जनां दी सेवा के थां ते धक्के मारे निरादर किया, पर सजा तो सारिਆਂ नूं मिल गई। हुण इवें दी शंका मन में फिर भी रह गई, समझ नहीं पूरी तरह आई। पर भाई मरदाना जी चुप हो गए, कोई दोबारे पूछया नहीं, मन में शंका रह गई। सिर नानक तह उरके जानी, पिंड संशय करबे बिद ठानी। क्योंकि गुरु यो है जिहड़ा किसी तरह की शंका रह न दवे, और धन गुरु ग्रंथ साहिब जी ने साडी किसी भी तरह की शंका रह नहीं दी। ये गल वखरी है कि असीं गुरु साहिब तो कोलों पुछे बहुत घट है, असीं पुछे बाबे दे कोलों, असीं पुछे उन्होंने कोलों जिहड़ी अपनी मर्जी के नाल जो मर्जी दसदे। सतगुरु धन गुरु नानक साहिब जी शंके नूं जाण के और गल समझाउण वास्ते गुरु साहिब जी ने एक विचार की। कितक समा जब बैठ बितावा, मरदाने तब आलस आवा। कुछ समा सतगुरु जी उत्थे बैठे, सतगुरु जी ने नेत्र बंद किए, भाई मरदाने नूं आलस आ गया, नींद आ गई। और संगत में नींद आना ये भी किते किते गुरु साहिब की किरपा ही वापरती है।
ਬਹੁਤੇ ਤਾਂ ਸਾਡੇ ਮੇਰੇ ਵਰਗੇ ਆਲਸੀ ਹੁੰਦੇ ਨੇ ਕਿ ਬੈਠੇ ਬੈਠੇ ਸੌਂ ਗਏ, ਪਰ ਕਿਤੇ ਕਿਤੇ ਇਸ ਨੀਂਦ ਦੇ ਵਿੱਚ ਵੀ ਗੁਰੂ ਦੀ ਬੜੀ ਕਿਰਪਾ ਮਿਲਦੀ ਹੈ। ਸੋਏ ਰਹਿਓ ਤਬ ਪਿਖ ਜਗ ਸਾਈ, ਮਧੁਰ ਬੂੰਦ ਇੱਕ ਉਦਰ ਪਵਾਈ। ਕਹਿੰਦੇ ਜਦੋਂ ਭਾਈ ਮਰਦਾਨਾ ਜੀ ਸੌਂ ਗਏ ਕਿ ਨੀਂਦ ਆਈ ਹੈ, ਸੌਂ ਗਏ ਕਿ ਗੁਰੂ ਸਾਹਿਬ ਦਾ ਭਾਣਾ ਸੀ, ਸਵਾਉਣਾ ਸੀ, ਸਵਾ ਦਿੱਤਾ। ਸਤਿਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ, ਬਾਲੇ ਤੂੰ ਥੋੜਾ ਜਿਹਾ ਸ਼ਹਿਦ ਵੇਖ। ਕੁਝ ਮਿੱਠਾ ਲਿਆ ਕੇ ਨਾ ਉਹ ਭਾਈ ਮਰਦਾਨੇ ਦੇ ਪੇਟ ਦੇ ਉੱਤੇ 1-2 ਬੂੰਦਾਂ ਪਾ ਦਿੱਤੀਆਂ। ਤੇ ਸੁਗੰਧਕਾਰ ਕੀਟੀ ਆਈ, ਪਈ ਬਹੁਤ ਇਕੱਠੇ ਤਹਿ ਠਾਈ। ਹੁਣ ਮਿੱਠਾ ਹੋਵੇ ਤੇ ਕੀੜੀ ਨਾ ਆਵੇ, ਉਹ ਵੀ ਰੁੱਖ ਦੇ ਥੱਲੇ ਕੱਚੀ ਥਾਂ ਤੇ ਬੈਠੇ ਹੋ ਕਿ ਮਿੱਠੇ ਦੀ ਸੁਗੰਧ ਕੀੜੀਆਂ ਨੂੰ ਤੇ ਨਹੀਂ ਆਈ ਕਿ 1 2 3 ਕੀ ਕੀੜੀਆਂ ਦਾ ਢੇਰ ਹੀ ਲੱਗ ਗਿਆ ਢਿੱਡ ਉੱਤੇ, ਕਈ ਇਕੱਠੀਆਂ ਹੋ ਗਈਆਂ। ਇੱਕ ਪਪਕੇ ਪਪੇਲ ਕਾ ਕਾਟਿਓ ਜਬ ਹੀ, ਜਾਗ ਮਲੇ ਮਰਦਾਨੇ ਸਭ ਹੀ। ਉਹਨਾਂ ਵਿੱਚੋਂ ਇੱਕ ਕੀੜੀ ਨੇ ਵੱਢਿਆ, ਔਰ ਕੀੜੀ ਭਾਵੇਂ ਛੋਟੀ ਜਿਹੀ ਡੰਗ ਮਾਰਦੀ, ਫਿਰ ਇੱਕ ਨੇ ਤਾਂ ਪਤਾ ਲੱਗਦਾ ਕਿ ਵੱਢੀ ਹੈ। ਭਾਈ ਮਰਦਾਨੇ ਨੂੰ ਨਹੀਂ ਪਤਾ ਕਿ ਢਿੱਡ ਤੇ ਕੀੜੀਆਂ ਚੱਲੀਆਂ ਨੇ, ਕੁਝ ਵੱਢਿਆ ਹੈ। ਇੱਕਦਮ ਹੱਥ ਮਾਰਿਆ, ਢਿੱਡ ਦੇ ਉੱਤੇ ਮਲ ਦਿੱਤਾ। ਹੁਣ ਭਾਈ ਮਰਦਾਨੇ ਦੀ ਜਾਗ ਵੀ ਖੁੱਲ੍ਹ ਕੇ ਭਾਈ ਮਰਦਾਨਾ ਉੱਠ ਕੇ ਵੀ ਬੈਠ ਗਿਆ। ਮਰੇ ਸਰਬ ਪੁਨ ਲਗਿਓ ਨਿਹਾਰਨ, ਤਬ ਸਿਰ ਗੁਰ ਕੀਏ ਬਚਨ ਉਚਾਰਨ। ਜਿੰਨੀਆਂ ਕੋ ਹੱਥ ਤੇ ਥੱਲੇ ਆਈਆਂ, ਹੁਣ ਜਿੱਥੇ ਹੱਥ ਵੱਜ ਜੇ ਭਾਵੇਂ ਪੋਨਾ ਜੀ ਵੱਜ ਜੇ, ਕਿਹੜੀ ਹੈ, ਬਚਨੀ ਥੋੜੀ ਸੀ। ਕਈ ਮਰ ਗਈਆਂ ਭਾਈ ਮਰਦਾਨਾ ਜੀ ਉਹਨਾਂ ਕੋਲ ਦੇਖੇ। ਤੇ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਮਰਦਾਨੇ ਕੀ ਕੀਤਾ, ਕੀੜੀ ਨੇ ਤੇ ਇੱਕ ਨੇ ਵੱਢਿਆ ਤੇ ਮਾਰ ਕਈ ਕੱਤੀਆਂ, ਇੰਨੀਆਂ ਥੋੜੀ ਮਾਰਨੀਆਂ ਸਨ। ਕੀੜੀ ਨੂੰ ਲੱਭਦਾ ਕਿੰਨੇ ਵੱਢਿਆ, ਪਹਿਲੋਂ ਤੇ ਉਹਨੂੰ ਮਾਰਦਾ। ਕਾਟਿਓ ਏਕ ਬਹੁਤ ਤੈ ਮਾਰੀ, ਮਰਦਾਨੇ ਉਰ ਲਿਓ ਵਿਚਾਰੀ। ਸਤਿਗੁਰੂ ਜੀ ਕਹਿੰਦੇ ਨੇ ਮਰਦਾਨੇ ਨਹੀਂ ਚੰਗਾ ਕੀਤਾ। ਸ਼ੰਕਾ ਤਾਂ ਇਹ ਸੀ ਨਾ ਕਿ ਗਲਤੀ ਕੁਝ ਨੇ ਕੀਤੀ, ਸਜ਼ਾ ਬਹੁਤੇ ਨੂੰ ਮਿਲੀ। ਕਿ ਵੱਢਿਆ ਤੈਨੂੰ ਇੱਕ ਕੀੜੀ ਨੇ, ਮਾਰ ਕਈ ਦਿੱਤੀਆਂ ਨੇ। ਇਸ ਗੱਲ ਦੇ ਵਿਚਾਰ ਤਾਂ ਕਰ, ਸਾਰੀਆਂ ਨੂੰ ਕਿਉਂ ਮਾਰਿਆ। ਸਮਝਿਓ ਤਬ ਹਿਰਦੈ ਵਿਖੈ, ਜੋ ਰਹਾਤ ਹੈ ਵਦੀਨ। ਭਾਈ ਮਰਦਾਨੇ ਦੀ ਤਾਂ ਸਮਝ ਆ ਗਈ ਕਿ ਜਿਹੜਾ ਮੇਰਾ ਸ਼ੰਕਾ ਸੀ, ਗੁਰੂ ਸਾਹਿਬ ਜੀ ਨੂੰ ਕਿਰਪਾ ਕਰਤੇ ਕੱਢ ਦਿੱਤਾ ਹੈ। ਕਿ ਨਗਰ ਦੇ ਵਿੱਚ ਦੇਖੋ ਇੱਕ ਸਤਸੰਗੀ ਹੋਵੇ, ਜਪਣ ਵਾਲਾ ਹੋਵੇ, ਤੇ ਬਾਬਾ ਕਬੀਰ ਜੀ ਕਹਿੰਦੇ ਨੂੰ ਪੂਰੇ ਸੈਲ ਨੂੰ ਉਤਰਾ ਲੈਂਦਾ ਹੈ। ਜਿੱਥੇ ਬਾਬਾ ਕਬੀਰ ਜੀ ਦਾ ਪਾਵਨ ਬਚਨ ਹੈ ਕਿ ਲੋਕਾਂ ਨੇ ਇੱਕ ਵਹਿਮ ਭਰਮ ਪਾਇਆ ਸੀਗਾ, ਹੜੰਬੇ ਦੀ ਧਰਤੀ ਤੇ ਕੋਈ ਮਰੇ ਉਹ ਨਰਕਾਂ ਨੂੰ ਜਾਏਗਾ, ਬਨਾਰਸ ਆ ਕੇ ਮਰੇ ਉਹ ਭਾਵੇਂ ਕਿੰਨੇ ਪਾਪ ਕੀਤੇ ਹੁਣ ਸਵਰਗਾਂ ਨੂੰ ਜਾਏਗਾ। ਪਰ ਬਾਬਾ ਕਬੀਰ ਜੀ ਕਹਿੰਦੇ ਨੇ ਹਰ ਕੇ ਦਾਸ ਮਰੇ ਹੜੰਬੈ, ਸਗਲੇ ਸੈਣ ਤਰਾਈ। ਉਹ ਧਰਤੀ ਭਾਵੇਂ ਹੜੰਬੇ ਤੇ ਹੋਵੇ, ਪਰ ਹੋਵੇ ਹਰੀ ਦਾ ਦਾਸ, ਜਪਣ ਵਾਲਾ ਹੋਵੇ। ਉੱਥੇ ਜਾ ਕੇ ਵੀ ਮਰ ਜੇ, ਇਕੱਲਾ ਆਪ ਨਹੀਂ ਤਰਦਾ। ਜਿੰਨੀ ਸੈਨਾ ਉਹਦੇ ਨਾਲ ਲੱਗੀ, ਜਿੰਨਿਆਂ ਨੇ ਸੰਗਤ ਕੀਤੀ, ਸਾਰਿਆਂ ਨੂੰ ਉਤਾਰ ਦਿੰਦਾ ਹੈ। ਔਰ ਇਹ ਜਿਹੜਾ ਇਵੇਂ ਦਾ ਵਿਤਕਰਾ ਵਾਪਰਦਾ ਹੈ, ਪਾਪੀ ਵੀ ਇੱਕ ਹੋਵੇ, ਉਹ ਕਈ ਵਾਰੀ ਬਹੁਤਿਆਂ ਨੂੰ ਡੁਬੋ ਦਿੰਦਾ ਹੈ। ਜਿੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਛੋਟੀ ਜਿਹੀ ਗੱਲ ਕਹਿ ਕੇ ਸਮਾਪਤੀ ਕਰਨੀ ਹੈ। ਇੱਕ ਬੱਸ ਦੇ ਵਿੱਚ 40-50 ਸਵਾਰੀਆਂ, ਪਹਾੜੀ ਰਸਤਾ, ਮੀਂਹ ਪੈਂਦਾ, ਉੱਤੋਂ ਚਮਕੇ ਬਿਜਲੀ, ਤੇ ਜਦੋਂ ਬਿਜਲੀ ਚਮਕੇ ਬੱਸ 'ਚ ਲੱਗੇ ਕਰੰਟ। ਔਰ ਉਹਦੇ ਵਿੱਚ ਵਹਿਮੀ ਬਹੁਤੇ ਹੁੰਦੇ ਨੇ। ਕਿਸੇ ਨੇ 1-2 ਵਾਰੀ ਚਮਕੀ, 4 ਵਾਰੀ ਚਮਕੀ, ਕਰੰਟ ਪਏ ਤੇ ਛੱਡ ਦੇ, ਵਿਗੜੇ ਕੁਝ ਨਾ। ਡਰਾਈਵਰ ਨੇ ਬੱਸ ਖਿਲਾਰੀ ਵਿੱਚੋਂ ਕਿਹਾ ਕਿ ਕੋਈ ਐਸਾ ਹੈ ਜਿਹਨੂੰ ਕਲੈਣਾ ਕਹਿ ਲਈਏ, ਬਦਕਿਸਮਤਾ ਕਹਿ ਲਈਏ, ਕਿ ਇਸ ਬੱਸ ਵਿੱਚ ਬੈਠਿਆ ਜਿੰਦੇ ਕਰਕੇ ਬਿਜਲੀ ਬਾਰ-ਬਾਰ ਡਿੱਗਦੀ ਹੈ, ਇਹਨੇ ਨੁਕਸਾਨ ਕਰਦਾ ਹੈ, ਭਾਈ ਕਿਸੇ ਨੂੰ ਉਤਾਰੋ। ਇੱਕ ਨੂੰ ਉਤਾਰਿਆ, ਬਿਜਲੀ ਫਿਰ ਚਮਕੀ, 2 4 10 ਵੀ ਜਿੰਨੇ ਸਨ ਸਭ ਨੂੰ ਉਤਾਰ ਦਿੱਤਾ, ਇੱਕ ਬੈਠਾ ਰਹਿ ਗਿਆ। ਬਿਜਲੀ ਫਿਰ ਚਮਕੇ, ਕਰੰਟ ਉਸੇ ਤਰ੍ਹਾਂ ਫਿਰ ਲੱਗੇ।
ਹੁਣ ਜਿਹੜਾ ਅਖੀਰਲਾ ਰਹਿ ਗਿਆ ਨੇ ਕਹਿੰਦੇ ਭਾਈ ਤੂੰ ਵੀ ਆ ਜਾ ਬਾਹਰ। ਜਦੋਂ ਹੀ ਬਾਹਰ ਆਇਆ ਬਿਜਲੀ ਐਸੀ ਚਮਕੀ ਕਿ ਬਸ ਵੇਖਦੇ ਵੇਖਦੇ ਸੜਕੀ ਸਵਾਹ ਹੋ ਗਈ। ਉਹ ਜਿਹਨੂੰ ਕਲਹਿਣਾ ਸਮਝਦੇ ਸਨ ਸਾਰੇ ਹੱਥ ਜੋੜ ਕੇ ਪੈਰੀ ਪੈ ਗਏ ਕਿ ਬਚੇ ਤੇਰੇ ਕਰਕੇ ਸਨ। ਔਰ ਸਤਿਗੁਰੂ ਜੀ ਕਹਿੰਦੇ ਨੇ ਇਹ ਗਲਤੀ ਵੀ ਪਾਪੀ ਵੀ ਇੱਕ ਹੋਵੇ ਤੇ ਕਈ ਵਾਰੀ ਸਾਰਿਆਂ ਨੂੰ ਲੈ ਡੁੱਬਦਾ ਹੈ। ਕੀੜੀ ਤੇ ਕੀ ਸੀ, ਕਈਆਂ ਨੂੰ ਮਾਰ ਦਿੱਤਾ ਹੈ। ਇੱਥੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਦੀ ਇਸ ਤਰ੍ਹਾਂ ਸ਼ੰਕਾ ਦੂਰ ਕੀਤੀ। ਅੱਗੇ ਗੁਰੂ ਸਾਹਿਬ ਜੀ ਨੇ ਜਿਹੜੀ ਕਿਰਪਾ ਕਰਨੀ ਹੈ, ਸਹੁਰੇ ਪਿੰਡ ਫੇਰਾ ਪਾਉਣਾ ਹੈ, ਉਹ ਅਗਲਾ ਇਤਿਹਾਸ ਆਪਾਂ ਕੱਲ੍ਹ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਕੀਮਤ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।